ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਲਗਾਤਾਰ ਬਾਰਡਰਾਂ ਦੇ ਉੱਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਬਾਰਡਰਾਂ ਦੇ ਉੱਤੇ ਬੈਰੀਗੇਡਿੰਗ ਦੂਰੀ ਤੀਹਰੀ ਕਰ ਦਿੱਤੀ ਗਈ ਹੈ ਤੇ ਇਸੇ ਦਰਮਿਆਨ ਬੈਰੀਗੇਡਿੰਗ ਦੇ ਵਿੱਚ ਕੰਕਰੀਟ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਨੁਕੀਲੀਆਂ ਕਿੱਲਾਂ ਵੀ ਗੜ ਦਿੱਤੀਆਂ ਗਈਆਂ ਨੇ, ਜਿਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਤੇਜ਼ ਹੋਈਆਂ ਤੇ ਇੰਟਰਨੈਸ਼ਨਲ ਟਵੀਟਸ ਤੋਂ ਬਾਅਦ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਹੈਰਾਨ ਕਰ ਰਹੀਆਂ ਨੇ ਕਿ ਆਖਰਕਾਰ ਇਹ ਟਵੀਟਸ ਦਾ ਪ੍ਰਭਾਵ ਹੈ ਜਾਂ ਫਿਰ ਕੋਈ ਹੋਰ ਗੱਲ ਹੈ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ, ਤਸਵੀਰਾਂ ਦਿੱਲੀ ਦੇ ਗਾਜ਼ੀਪੁਰ ਬਾਰਡਰ ਦੀਆਂ ਨੇ, ਜਿੱਥੋਂ ਪੁਲਿਸ ਦੇ ਵੱਲੋਂ ਲਗਵਾਈਆਂ ਗਈਆਂ ਕਿੱਲਾਂ ਨੂੰ ਪਟਵਾ ਦਿੱਤਾ ਗਿਆ ਹੈ। ਇਹਨਾਂ ਪਟਵਾਈਆਂ ਗਈਆਂ ਕਿੱਲਾਂ ਨੂੰ ਉੱਥੋਂ ਪਰੇ ਕਰ ਦਿੱਤਾ ਗਿਆ ਹੈ। ਦੱਸੀਏ ਕਿ ਲਗਾਤਾਰ ਚਰਚਾਵਾਂ ਇਹਨਾਂ ਕਿੱਲਾਂ ਨੂੰ ਲੈ ਕੇ ਸੀ ਕਿ ਆਖਰਕਾਰ ਅਜਿਹੀਆਂ ਸਰਹੱਦਾਂ ਕਿਉਂ ਤਿਆਰ ਕੀਤੀਆਂ ਜਾ ਰਹੀਆਂ ਨੇ। ਸੋ ਇਹ ਤਸਵੀਰਾਂ ਹਰ ਇੱਕ ਨੂੰ ਹੈਰਾਨ ਕਰ ਰਹੀਆਂ ਨੇ ਕਿ ਆਖਰਕਾਰ ਪਹਿਲਾਂ ਪੁਲਿਸ ਦੇ ਵੱਲੋਂ ਇਹ ਕਿੱਲਾਂ ਕੁਝ ਦਿਨ ਪਹਿਲਾਂ ਗੱਡੀਆਂ ਜਾਂਦੀਆਂ ਨੇ ਤੇ ਫਿਰ ਖੁਦ ਪੁਲਿਸ ਦੇ ਵੱਲੋਂ ਹੀ ਇਹਨਾਂ ਨੂੰ ਪਟਵਾ ਦਿੱਤਾ ਜਾਂਦਾ ਹੈ। ਸੋ ਇਹ ਲਗਾਤਾਰ ਚਰਚਾਵਾਂ ਦੇ ਵਿੱਚ ਸੀ ਇਹ ਕਿੱਲਾਂ ਕਿ ਆਖਰਕਾਰ ਆਪਣੇ ਹੀ ਦੇਸ਼ ਦੇ ਕਿਸਾਨਾਂ ਦੇ ਲਈ ਅਜਿਹਾ ਸਰਹੱਦਾਂ ਦਾ ਰੂਪ ਕਿਉਂ ਧਾਰਨ ਕੀਤਾ ਜਾ ਰਿਹਾ। ਸੋ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੀ ਸੁਰੱਖਿਆ ਦੇ ਲਈ ਅਸੀਂ ਅਜਿਹੇ ਪ੍ਰਬੰਧ ਕਰ ਰਹੇ ਹਾਂ। ਸੋ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਕਿੱਲਾਂ ਨੂੰ ਹਟਵਾ ਦਿੱਤਾ ਗਿਆ। ਇਸ ਦੇ ਉੱਤੇ ਪੂਰੀ ਜਾਣਕਾਰੀ ਲਈ ਸਿੱਧਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੇ ਕੋਲ। ਡੱਲਾ ਜੀ, ਕਿੱਦਾਂ ਵੇਖ ਰਹੇ ਹੋ ਜੋ ਇਹ ਕਿੱਲਾਂ ਪਹਿਲਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਵਾਈਆਂ ਜਾਂਦੀਆਂ ਨੇ ਤੇ ਫਿਰ ਇਹ ਕਿੱਲਾਂ ਉਤਰਵਾ ਦਿੱਤੀਆਂ ਜਾਂਦੀਆਂ ਨੇ? ਆਖਰਕਾਰ ਇਹ ਉਹਨਾਂ ਟਵੀਟਸ ਦਾ ਪ੍ਰਭਾਵ ਹੈ ਜੋ ਇੰਟਰਨੈਸ਼ਨਲ ਪੱਧਰ ਦੇ ਉੱਤੇ ਬੀਤੇ ਦਿਨ ਦੇ ਵਿੱਚ ਵਾਇਰਲ ਹੋਏ ਨੇ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਵਿੱਚ? ਦੇਖੋ, ਬੜਾ ਇੰਪੋਰਟੈਂਟ ਸਵਾਲ ਤੁਸੀਂ ਗਗਨ ਕੀਤਾ। ਦੁਨੀਆ ਭਰ ਦੇ ਵਿੱਚ ਜਿਹੜੇ ਹਾਲੀਵੁੱਡ ਦੇ ਵੱਡੇ ਵੱਡੇ ਸਟਾਰ ਨੇ ਉਹ ਸਪੋਰਟ ਕਰ ਰਹੇ ਨੇ ਫਾਰਮਰਸ ਦੀ, ਕਿਸਾਨਾਂ ਦੀ, ਸ਼ਾਂਤੀਪੂਰਵਕ ਅੰਦੋਲਨ ਦੀ। ਮੈਂ ਵੀ ਸਪੋਰਟ ਕਰਦਾ, ਸਾਰਿਆਂ ਨੂੰ ਕਰਨਾ ਚਾਹੀਦਾ। ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਤਾਂ ਭਾਰਤ ਦੀ ਸਰਕਾਰ, ਸੁਪਰੀਮ ਕੋਰਟ ਵੀ ਸਮਰਥਨ ਕਰਦੀ ਹੈ ਵੀ ਸ਼ਾਂਤੀਪੂਰਵਕ ਅੰਦੋਲਨ ਹੋਣਾ ਚਾਹੀਦਾ ਹੈ। ਲੋਕਾਂ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ, ਹਿੰਸਾ ਨਹੀਂ ਹੋਣੀ ਚਾਹੀਦੀ, ਹਰ ਕੋਈ, ਕਿਉਂਕਿ ਉਹ ਲੋਕਤੰਤਰਿਕ ਹੱਕ ਹੈ ਸਾਡਾ। ਪਰ ਸਵਾਲ ਕਿਸਾਨ ਅੰਦੋਲਨ ਦਾ ਫਿਰ ਅਸੀਂ ਵਾਪਸ ਆਉਂਦੇ ਹਾਂ। ਪਾਰਲੀਮੈਂਟ ਤੱਕ ਰੌਲਾ ਪਿਆ। ਪਾਰਲੀਮੈਂਟ ਦੇ ਸੈਸ਼ਨ 'ਚ ਲਗਾਤਾਰ ਵਿਰੋਧੀ ਧਿਰਾਂ ਨੇ ਇਹ ਸਵਾਲ ਚੁੱਕੇ ਕਿ ਕਿਵੇਂ ਕਿੱਲਾਂ ਵਿਛਾਈਆਂ ਜਾ ਰਹੀਆਂ ਨੇ, ਕੰਕਰੀਟ ਬਣਾਏ ਜਾ ਰਹੇ ਨੇ, ਕਿ ਸੱਚਮੁੱਚ ਸਰਕਾਰ ਇਸ ਤਰੀਕੇ ਨਾਲ ਨਜਿੱਠੇਗੀ ਇਸ ਤਰ੍ਹਾਂ ਦੇ ਅੰਦੋਲਨ ਨੂੰ? ਸੋ ਸਰਕਾਰ ਦਾ ਅੰਦੋਲਨ ਨੂੰ ਨਜਿੱਠਣ ਦਾ ਜਿਹੜਾ ਤਰੀਕਾ ਉਹਦੇ 'ਤੇ ਸਵਾਲ ਖੜੇ ਹੋਏ ਨੇ। ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਸਰਕਾਰ ਹੈ ਜਿਹੜੀ ਉਹਨੂੰ ਵੱਖ-ਵੱਖ ਅੰਦੋਲਨਾਂ ਦਾ ਸਾਹਮਣਾ ਕਰਨਾ ਪੈਂਦਾ। ਮਨਮੋਹਨ ਸਿੰਘ ਦੀ ਸਰਕਾਰ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਾਹਮਣਾ ਕੀਤਾ। ਸਰਕਾਰਾਂ ਅੰਦੋਲਨਾਂ ਨੂੰ ਬਹੁਤ ਸੂਖਮ ਤਰੀਕੇ ਨਾਲ ਨਿਬੜ ਸਕਦੀਆਂ ਨੇ, ਪਰ ਇੱਥੇ ਪੁਲਿਸ ਦੀ ਕਿਹੜੀ ਮਜਬੂਰੀ ਸੀ ਕਿ ਪੁਲਿਸ ਨੂੰ ਇੰਨੀ ਜ਼ਿਆਦਾ ਸਖਤੀ ਕਰਨੀ ਪਈ ਔਰ ਮੇਖਾਂ ਕਿੱਲਾਂ ਤੱਕ ਗੜਨੀਆਂ ਪਈਆਂ, ਕੰਕਰੀਟ ਵਿਛਾਉਣੇ ਪਏ। ਬੜੀ ਬਦਨਾਮੀ ਹੋਈ ਹੈ ਦਿੱਲੀ ਦੀ ਪੁਲਿਸ ਦੀ ਇਸ ਕੰਮ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ। ਕਿਉਂਕਿ ਆਮ ਤੌਰ ਦੇ ਉੱਤੇ ਪੁਲਿਸ ਕੋਲੋਂ ਇਸ ਤਰ੍ਹਾਂ ਦੀ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਪੁਲਿਸ ਖੱਡੇ ਪੱਟੂਗੀ, ਟੋਏ ਪੱਟੂਗੀ। ਹਰਿਆਣੇ ਤੋਂ ਕੰਮ ਸ਼ੁਰੂ ਹੋਇਆ ਸੀ। ਹਰਿਆਣੇ ਦੀ ਸਰਕਾਰ ਨੇ ਸੜਕਾਂ 'ਤੇ ਖੱਡੇ ਪਟਵਾਤੇ ਔਰ ਲੋਕ ਮਜ਼ਾਕ ਕਰਦੇ ਸੀ। ਸੋਸ਼ਲ ਮੀਡੀਆ ਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਨੇ ਉਹ ਕਾਰਟੂਨ ਬਣ ਗਏ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਬੜੀ ਜਿਹੜੀ ਮੈਂ ਸਮਝਦਾ ਕਿ ਜਿਹੜੇ ਦਿੱਲੀ ਪੁਲਿਸ ਦੇ ਵੱਡੇ ਵੱਡੇ ਅਫਸਰ ਨੇ ਉਹਨਾਂ ਲਈ ਵੀ ਜ਼ਰੂਰੀ ਹੈ ਕਿ ਉਹ ਕਿਸੇ ਚੰਗੇ ਜਿਹੜੇ ਸੋਸ਼ਲ ਰਿਫਾਰਮਸ ਦੇ ਐਕਸਪਰਟ ਨੇ ਜਾਂ ਉਹ ਪ੍ਰੋਫੈਸਰਾਂ ਕੋਲੇ ਟਿਊਸ਼ਨ ਰਖਾ ਦੇਣ ਪੁਲਿਸ ਦੇ ਅਫਸਰਾਂ ਦੀ, ਜਿਨ੍ਹਾਂ ਨੂੰ ਪਤਾ ਹੈ ਕਿ ਸਮਾਜਿਕ ਕਾਇਦੇ ਦੇ ਵਿੱਚ ਕਿਵੇਂ ਆਮ ਲੋਕਾਂ ਨੂੰ ਨਜਿੱਠਣਾ ਹੈ, ਅੰਦੋਲਨਾਂ ਨੂੰ ਕਿਵੇਂ ਹੈਂਡਲ ਕਰਨਾ ਹੈ। ਮੈਨੂੰ ਲੱਗਦਾ ਦਿੱਲੀ ਪੁਲਿਸ ਦੇ ਬਹੁਤ ਸਾਰੇ ਅਫਸਰਾਂ ਨੂੰ ਟਿਊਸ਼ਨ ਰਖਵਾ ਦੇਣੀ ਚਾਹੀਦੀ ਹੈ, ਤਾਂ ਹੀ ਉਹ ਸਮਝਣਗੇ ਕਿ ਇਸ ਤਰੀਕੇ ਦੇ ਕਿਸਾਨ ਅੰਦੋਲਨ ਨੂੰ ਅਸੀਂ ਕਿਵੇਂ ਨਿਬੜਨਾ ਹੈ। ਦਿੱਲੀ 'ਚ ਜੋ ਹਿੰਸਾ ਹੋਈ ਉਹ ਵੀ ਨਹੀਂ ਸੀ ਹੋਣੀ ਚਾਹੀਦੀ। ਬੈਰੀਕੇਡਿੰਗ ਜਿਹੜੀ ਹੈ ਉਹ ਵੀ ਮੁਕੰਮਲ ਨਹੀਂ ਸੀ। ਦਿੱਲੀ ਦੀ ਪੁਲਿਸ ਨੂੰ ਜਿਸ ਦਿਨ ਇਹ 26 ਜਨਵਰੀ ਦੀ ਪਰੇਡ ਸੀ, ਦਿੱਲੀ ਦੀ ਪੁਲਿਸ ਨੂੰ ਚੂਨਾ ਵਿਛਵਾ ਦੇਣਾ ਚਾਹੀਦਾ ਸੀ। ਸਾਡੇ ਪਿੰਡਾਂ 'ਚ ਕਬੱਡੀ ਦੇ ਮੈਚ ਹੁੰਦੇ ਨੇ ਨਾ ਜੀ, ਚੂਨੇ ਵਾਲੀ ਲਾਈਨ ਬਣਾ ਦਿੰਦੇ ਨੇ। ਚੀਫ ਗੈਸਟ ਚੂਨੇ ਵਾਲੀ ਲਾਈਨ 'ਤੇ ਕਾਰ ਚਲਾਉਂਦਾ ਪਿੰਡ 'ਚ ਪਹੁੰਚ ਜਾਂਦਾ, ਪਿੰਡ ਦੇ ਬਾਹਰੋਂ ਹੀ ਲਾਈਨ ਸ਼ੁਰੂ ਹੋ ਜਾਂਦੀ। ਸਾਡੇ ਵੱਡੇ ਵੱਡੇ ਸਮਾਗਮ ਹੁੰਦੇ ਨੇ, ਚੂਨੇ ਦੀਆਂ ਲਾਈਨਾਂ ਪਾ ਦਿੰਦੇ ਨੇ, ਕਲੀ ਚੂਨੇ ਦੀਆਂ। ਸੋ ਕਬੱਡੀ ਮਿੱਟੀ ਦੇ ਮੈਦਾਨ 'ਚ ਚੂਨੇ ਦੇ ਨਾਲ ਬਾਉਂਡਰੀ ਬਣ ਜਾਂਦੀ ਹੈ। ਕ੍ਰਿਕਟ ਵਾਲੇ ਵੀ ਚੂਨੇ ਦੀ ਬਾਉਂਡਰੀ ਬਣਾਉਂਦੇ ਨੇ। ਸੋ ਚੂਨਾ ਵਰਤ ਲੈਣਾ ਚਾਹੀਦਾ ਸੀ ਦਿੱਲੀ ਦੀ ਪੁਲਿਸ ਨੂੰ। ਸੜਕਾਂ 'ਤੇ ਚੂਨਾ ਪਾ ਦਿੰਦੇ ਵੀ ਕਿਸਾਨ ਇੱਧਰ ਨੂੰ ਆਪਣੀ ਜਿਹੜੀ ਹੈ ਯਾਤਰਾ ਕੱਢ ਲੈਣ। ਸੋ ਪੁਲਿਸ ਦੀ ਵੀ ਅਸਫਲਤਾ ਬਹੁਤ ਵੱਡੀ ਰਹੀ ਹੈ ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ। ਸੋ ਹੁਣ ਕਿੱਲਾਂ ਵਾਪਸ ਪਟਾਈਆਂ ਜਾ ਰਹੀਆਂ ਨੇ ਦਿੱਲੀ ਪੁਲਿਸ ਨੂੰ, ਕਿਉਂਕਿ ਦਬਾਅ ਸਾਰੇ ਪਾਸੇ ਪੈ ਗਿਆ। ਚਲੋ ਦੇਰ ਆਏ ਦਰੁਸਤ ਆਏ, ਇਹ ਚੰਗਾ ਫੈਸਲਾ ਕੀਤਾ। ਪਾਰਲੀਮੈਂਟ ਦੇ ਵਿੱਚ ਵਿਰੋਧ ਹੋਇਆ, ਹੋ ਸਕਦਾ ਸਰਕਾਰ ਨੇ ਕਿਹਾ ਹੋਵੇ ਦਿੱਲੀ ਪੁਲਿਸ ਦੇ ਅਫਸਰਾਂ ਨੂੰ ਵੀ ਭਾਈ ਕਿੱਲਾ ਕੁੱਲਾ ਪਟਾ ਲਓ, ਇਹ ਚੰਗਾ ਨਹੀਂ ਲੱਗ ਰਿਹਾ।
ਔਰ ਹਰ ਕੋਈ ਇਹਦਾ ਬੁਰਾ ਮਨਾ ਰਿਹਾ। ਸਾਨੂੰ ਪੁਲਿਸ ਤੇ ਮਾਣ ਹੈ, ਦਿੱਲੀ ਦੀ ਪੁਲਿਸ ਨੇ ਵੀ ਬਹੁਤ ਸ਼ਹੀਦੀਆਂ ਦਿੱਤੀਆਂ ਨੇ, ਸਮੇਂ-ਸਮੇਂ ਤੇ ਲੜਾਈਆਂ ਲੜੀਆਂ ਨੇ, ਪਰ ਆ ਕਿੱਲਾਂ ਵਾਲਾ ਕੰਮ ਹੈ ਜਿਹੜਾ ਇਹ ਨਹੀਂ ਹੋਣਾ ਚਾਹੀਦਾ। ਜੀ ਢਿੱਲੋਂ ਜੀ, ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਵਧੀਆ ਅਗਲੀ ਖਬਰ ਦੇ ਵੱਲ, ਉਧਰ ਬੀਤੇ ਦਿਨੀ 26 ਜਨਵਰੀ ਨੂੰ ਵਾਪਰੀ ਘਟਨਾ ਦੇ ਵਿੱਚ ਇੱਕ ਨੌਜਵਾਨ ਨਵਰੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ। ਨਵਰੀਤ ਦਾ ਅੱਜ ਅੰਤਿਮ ਅਰਦਾਸ ਸੀ। ਇਸ ਸਮਾਗਮ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਦੇ ਆਗੂ ਮੌਜੂਦ ਰਹੇ ਨੇ। ਇਸ ਮੌਕੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੇ ਸਮੇਤ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਨਜ਼ਰ ਆਈ ਹੈ, ਜਿਨ੍ਹਾਂ ਦੇ ਵਿੱਚੋਂ ਪ੍ਰਿयंका ਗਾਂਧੀ ਖਾਸ ਤੌਰ ਤੇ ਉੱਥੇ ਪਹੁੰਚੇ ਨੇ। ਤੇ ਪ੍ਰਿयंका ਗਾਂਧੀ ਨੇ ਪਹੁੰਚ ਕੇ ਇਸ ਮੌਕੇ ਦੇ ਉੱਤੇ ਸਰਕਾਰ ਅਤੇ ਪ੍ਰਸ਼ਾਸਨ ਦੋਹਾਂ ਦੇ ਉੱਤੇ ਗੰਭੀਰ ਇਲਜ਼ਾਮਾਂ ਦੀ ਝੜੀ ਲਾਈ ਹੈ। ਇਸ ਮੌਕੇ ਦੇ ਉੱਤੇ ਪ੍ਰਿयंका ਗਾਂਧੀ ਦਾ ਕਹਿਣਾ ਸੀ ਕਿ ਮੇਰਾ ਵੀ ਜਵਾਨ ਪੁੱਤ ਹੈ, ਇਸ ਕਰਕੇ ਮੈਂ ਇਸ ਮਾਂ ਦਾ ਦੁੱਖ ਸਮਝ सकती ਹਾਂ। ਕੀ ਕੁਝ ਕਹਿ ਰਹੀ ਹੈ ਪ੍ਰਿयंका ਗਾਂधी, ਉਹ सुनते हैं। ये मौका नहीं है कि हम राजनीतिक बात करें, लेकिन हम ऐसा जुल्म सह नहीं सकते। जो सच्चाई है वो सच्चाई है। ये कोई राजनीतिक आंदोलन नहीं है, ये एक सच्चा आंदोलन है, आपका आंदोलन है, किसानों का आंदोलन है, इस देश के एक एक वासी का आंदोलन है। इसीलिए मैं आज यहाँ आई, क्योंकि मैं इस परिवार को कहना चाहती हूँ कि आप अकेले नहीं हैं। आपके साथ इस देश का एक एक देशवासी खड़ा है, चाहे वो किसी भी धर्म का हो। इस देश के कोने कोने का किसान आपके साथ खड़ा है, हम आपके साथ खड़े हैं। आज मेरे साथ यहाँ आए हुए हजारों कांग्रेस के पश्चिमी उत्तर प्रदेश के कार्यकर्ता आपके साथ हैं, और मैं सरदार हरदीप सिंह जी को कहना चाहती हूँ कि आपके पोते की शहादत हम व्यर्थ नहीं होने देंगे। यही कहने के लिए मैं यहाँ आई हूँ, और मेरी आशा है कि आप सबके मन में भी यही बात है। इस आंदोलन को तब तक जारी रखेंगे जब तक ये 3 काले कानून सरकार वापस नहीं लेगी। उधर दिल्ली के मुख्यमंत्री अरविंद केजरीवाल के वल्लों वड्डा ऐलान किया गया। अरविंद केजरीवाल ने दिल्ली पुलिस के कोल गईयां DTC दियां 500 के लगभग बसां नूं वापस सੱਦ लिया। दस दिए कि बसां ਸਿੰਘੂ ਬਾਰਡਰ ਅਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਅਲੱਗ-ਅਲੱਗ ਥਾਵਾਂ ਦੇ ਉੱਤੇ ਪੁਲਿਸ ਕਰਮਚਾਰੀਆਂ ਨੂੰ ਪਹੁੰਚਾਉਣ ਦਾ ਕੰਮ ਕਰ ਰਹੀਆਂ ਸਨ ਤੇ ਲਗਾਤਾਰ ਇਹਨਾਂ ਬੱਸਾਂ ਦੀ ਵਰਤੋਂ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ। ਪਰ ਹੁਣ ਅਰਵਿੰਦ ਕੇਜਰੀਵਾਲ ਨੇ ਹੁਕਮ ਦਿੱਤੇ ਨੇ ਕਿ ਬੱਸਾਂ ਵਾਪਸ ਸੱਦੀਆਂ ਜਾਣ ਤੇ ਇਹਨਾਂ ਬੱਸਾਂ ਨੂੰ ਜਲਦ ਤੋਂ ਜਲਦ ਡਿਪੂਆਂ ਦੇ ਵਿੱਚ ਪਹੁੰਚਾਇਆ ਜਾਵੇ। ਸੋ ਇਹ ਬਹੁਤ ਵੱਡਾ ਫੈਸਲਾ ਦਿੱਲੀ ਸਰਕਾਰ ਦਾ ਦੱਸਿਆ ਜਾ ਰਿਹਾ। ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਸਾਰੀਆਂ ਬੱਸਾਂ ਨੂੰ ਵਾਪਸ ਸੱਦਿਆ ਹੈ। ਦੱਸਦੀ ਹੈ ਕਿ ਲਗਾਤਾਰ ਜਦੋਂ ਤੋਂ ਇਹ ਕਿਸਾਨੀ ਮੋਰਚਾ ਲੱਗਿਆ ਉਦੋਂ ਤੋਂ ਹੀ ਪੁਲਿਸ ਪ੍ਰਸ਼ਾਸਨ ਦਾ ਆਉਣ ਜਾਣ ਜ਼ਿਆਦਾਤਰ ਦਿੱਲੀ ਦੀਆਂ DTC ਬੱਸਾਂ ਦੇ ਵਿੱਚ ਹੁੰਦਾ ਹੈ। ਪਰ ਜਦੋਂ ਹੁਣ ਇਹ ਬੱਸਾਂ ਵਾਪਸ ਗਈਆਂ ਨੇ ਤਾਂ ਉਸ ਤੋਂ ਬਾਅਦ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਕਿਸਾਨਾਂ ਦੇ ਨਾਲ ਮਿਲੇ ਹੋਣ ਦੀ ਵੀ ਗੱਲ ਅਰਵਿੰਦ ਕੇਜਰੀਵਾਲ ਨੂੰ ਕਹਿ ਦਿੱਤੀ ਹੈ ਕਿ ਕੁਝ ਭਾਜਪਾ ਆਗੂ ਇਸ DTC ਦੀਆਂ ਬੱਸਾਂ ਦੇ ਵਾਪਸ ਸੱਦਣ ਦੇ ਉੱਤੇ ਕਹਿ ਰਹੇ ਨੇ। ਉਹ ਸੁਣਦੇ ਹਾਂ। केजरीवाल सरकार द्वारा दिल्ली पुलिस एवं पैरामिलिट्री फोर्सेस को DTC बसें वापस लेना और उनको बसें ना मुहैया कराना, ये बहुत ही शर्मनाक कदम है। एक बार फिर केजरीवाल जी ने अपनी अराजकतावादी मानसिकता जाहिर कर दी है। पहले भी अरविंद केजरीवाल जी ने संवैधानिक व्यवस्थाओं को तार तार करने का काम किया था, दिल्ली पुलिस के जवान को ठुल्ला कहकर अपमानित किया था, और दिल्ली दंगों के दौरान आपके मंत्रियों ने दिल्ली पुलिस पर दंगों में पुलिस पर बस जलाने का आरोप लगाया था। और आज वो उन उपद्रवियों के साथ खड़े रहकर ये बात साबित करना चाहते हैं कि दिल्ली को वो अराजकतावादी आग के अंदर झोंकना चाहते हैं। दिल्ली वालों की सुरक्षा की उनको कोई परवाह नहीं है, दिल्ली वालों की उनकी कोई चिंता नहीं है। आज वो सिर्फ अपनी राजनीतिक स्वार्थ के लिए, पंजाब में अपने चुनाव के लिए, वो दिल्ली वालों के हितों को ताक में रखकर, दिल्ली वालों की सुरक्षा को ताक में रखकर अराजकतावादी लोगों के साथ खड़े हैं। ये अराजक मुख्यमंत्री हैं, आम आदमी पार्टी नहीं, ये अरविंद अराजक पार्टी बन गई है। मैं महामहिम उपराज्यपाल जी से मांग करता हूं कि इस मुद्दे पर तुरंत संज्ञान लेकर दिल्ली के मुख्यमंत्री को ये जो उन्होंने निर्णय लिया है, इसके विरुद्ध जाकर दिल्ली पुलिस को बसें मुहैया कराई जाए।
ਉਧਰ 26 ਜਨਵਰੀ ਦੀ ਘਟਨਾ ਦੇ ਦਰਮਿਆਨ ਕਈ ਨੌਜਵਾਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਨੂੰ ਲੈ ਕੇ ਸੀਨੀਅਰ ਵਕੀਲ ਏਪੀ ਸਿੰਘ ਨੇ ਗੱਲਬਾਤ ਕੀਤੀ ਹੈ। ਏਪੀ ਸਿੰਘ ਨੇ ਕਿਹਾ ਹੈ ਕਿ ਜੋ ਵੀ ਅੰਦੋਲਨਾਂ ਦੇ ਦਰਮਿਆਨ ਪਰਚੇ ਹੁੰਦੇ ਨੇ, ਜਦੋਂ ਸਰਕਾਰਾਂ ਦੇ ਵਿੱਚ ਸਮਝੌਤਾ ਕਿਸੇ ਅੰਦੋਲਨ ਨੂੰ ਲੈ ਕੇ ਹੁੰਦਾ ਤਾਂ ਉਸ ਦਰਮਿਆਨ ਇਹ ਜਿਹੇ ਪਰਚੇ ਕੈਂਸਲ ਕਰ ਦਿੱਤੇ ਜਾਂਦੇ ਨੇ। ਕਿ ਕੁਝ ਕਹਿ ਰਹੇ ਨੇ ਏਪੀ ਸਿੰਘ, ਉਹ ਸੁਣਦੇ हैं। जहां तक आपका सवाल किसान कानूनों के विरोध में हुए आंदोलन में दर्ज हुई एफआईआर और केस और जो अरेस्ट हुए उनके संबंध में लीगल असिस्टेंट देने की बात है, वो भारतीय किसान यूनियनों की तरफ से सारी प्रोसेस है। लेकिन सबसे बड़ी बात ये है इसमें कि इन केसों में ये आंदोलनकारी हैं, ये जो भी अरेस्ट हुए हैं जिनके खिलाफ एफआईआर है, नामजद हुए जो मुकदमे, ये आंदोलनकारी हैं। पहली बात तो आंदोलन के समय लगाए हुए मुकदमे ज्यादातर यही होता है, राजनीतिक से संबंधित मुकदमे हो जाते हैं और उनको सरकारों से जब वार्ता होती है तो वापस ले जाते हैं। और जब भारत सरकार ने जैसा कहा है कि वार्ता के लिए तैयार है, खुले मन से वार्ता के लिए तैयार है, और किसान भी चाहते हैं, किसानों के संगठन यूनियंस भी चाहती है, उनके अध्यक्ष भी चाहते हैं कि वार्ता हो। जब वार्ता भारत सरकार और उनके बीच में शुरू होगी और उससे अवश्य निश्चित ही फल मिलेगा, अच्छा रिजल्ट आएगा, उसका परिणाम अच्छा आएगा। तो जब वार्ता होगी तो सबसे पहले वार्ता होने की शर्त यही है कि जो भी मुकदमे लगाए गए हैं, जो लोग जेल में हैं, वो वापस लिए जाएं और उनको रिहा किया जाए, छोड़ा जाए, जिससे कि आंदोलन के दौरान ये जो संगतियां पैदा हुई हैं वो खत्म हो। और क्योंकि ये आंदोलन किसान कानूनों के विरोध में है, जो 3 कानून है, जिन 3 कानूनों में जो कमियां हैं, जो समझ में आई हैं, सबके समझ में आई हैं, अब सामने भी आ गई हैं, दिख भी रही हैं, जो हो सकता है जल्दबाजी में कमियां छूटी हो, रही हो, ये बात व्यस्तता की वजह से। और दूसरी बात, ये आंदोलन सिर्फ इन 3 कानूनों के खिलाफ है, ना तो ये आंदोलन किसानों का आंदोलन किसी राजनीति से प्रेरित है, ना राजनीतिक लोगों ने हाईजेक किया है। राजनीतिक लोगों का काम पहुंचना होता है, संवेदना व्यक्त करना होता है, जाना होता है। और इस समय तो दिल्ली में है, सभी संसद चल रही, तो संसद में सब आए हुए हैं संसद की कार्रवाई भाग लेने की, राज्यसभा से, लोकसभा से, इसलिए वहां जाना तो स्वाभाविक है। लेकिन ये बात बहुत ही निश्चित है कि राजनीतिक आंदोलन नहीं है, ये टोटली किसान संगठनों का इन कानूनों के विरोध में आंदोलन है। उधर विरोधी पार्टियां ਦੇ ਕਈ ਆਗੂ ਇਕੱਠੇ ਹੋ ਕੇ ਗਾਜ਼ੀਪੁਰ ਬਾਰਡਰ ਦੇ ਵੱਲ ਵਧੇ ਸਨ ਅਤੇ ਗਾਜ਼ੀਪੁਰ ਦੇ ਵਿੱਚ ਬੈਠੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਏ ਸਨ। ਪਰ ਗਾਜ਼ੀਪੁਰ ਰੋਡ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਇਹਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਸਮੇਤ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਸਨ, ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਕੀਤੀ ਜਾਣੀ ਸੀ। ਪਰ ਪ੍ਰਸ਼ਾਸਨ ਦੇ ਵੱਲੋਂ ਪਿੱਛੇ ਹੀ ਰੋਕ ਕੇ ਇਹਨਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ। बस आही कि अंदर कोई जा ही नहीं सकता। 3 किलोमीटर दूर तक इस तरह बैरिकेड है, होर किसी पासों जाओ। मैं पूछा दूजे पासों, कहते नहीं दूजे पासे भी आई है, तुसी जा ही नहीं सकते। ਤੁਸੀਂ ਲੋਕ ਪਹੁੰਚੇ ਉਧਰ, ਕਿਸਾਨ ਵੀ ਹੱਕ 'ਚ ਤੁਹਾਡੇ ਨਾਅਰੇਬਾਜ਼ੀ ਕਰ ਰਹੇ ਸਨ। देखो बेचारे किसान दे नाल तो उत्थे ओनू तो जेल तो भी माड़े हालातां 'ਚ बंद करता हैगा, ना बिजली, ना पानी, ना खान वास्ते, ना आन जान दा रस्ता, लैटरिन तक नहीं हैगी। इंटरनेट भी बंद करता, कोई फोन करके दस भी ना सके, रब ना करे कोई हादसा हो जाए तो फायर ब्रिगेड कित्थों जाऊगी, एंबूलेंस कित्थों जाऊगी। और एक सांसद होने के नाते सानू पार्लीमेंट 'ਚ चक्कर नहीं दिता जा रहा। कहते राष्ट्रपति अभिभाषण 'ਚ गल करो, इत्थे किसान सानू नहीं मिल सकता। मेरे हल्के दे 20 लोग मर चुके ने, असीं उन्हां ताईं पहुंच नहीं कर सकते ते सरकार कहंदी एक टेलीफोन करके सानू दस दो भी तुसीं उत्थे बिजली दी सुविधा दित्ती कि उत्थे फोन बूथ लाया भी कित्थों फोन करनगे। अज लोड़ है कि मलहम लगाओ, किसान दी सुनो, लोकां नू ये सोशल फैब्रिक एकता दा इनू बर्बाद ना करो, इनू कायम रखो, क्योंकि देश फलदा फुलदा ही इस एकता दे नाल हैगा। उधर कैप्टन अमरिंदर सिंह दे ਵੱਲੋਂ ਸੱਦੀ ਗਈ ਬੀਤੇ ਦਿਨ ਦੀ ਸਰਬ ਪਾਰਟੀ ਬੈਠਕ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਦੀ ਆਗੂ ਤਰੁਣ ਚੁੱਗ ਕਾਫੀ ਤਲਖ ਨਜ਼ਰ ਆਏ ਨੇ। ਤਰੁਣ ਚੁੱਗ ਨੇ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਲਜ਼ਾਮਾਂ ਦੀ ਝੜੀ ਲਾਈ ਹੈ। ਕਿ ਕੁਝ ਕਹਿ ਰਹੇ ਨੇ ਤਰੁਣ ਚੁੱਗ, को ਸੁਣੀਏ। ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਬੜੀ ਚਿੰਤਾਜਨਕ ਹੈ। ਜਦੋਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸੇ ਲਗਾਤਾਰ ਹਮਲੇ ਹੋ ਰਹੇ ਔਰ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਸਰਵਦਲੀय ਮੀਟਿੰਗ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਬਲੂ ਸਟਾਰ ਆਪਰੇਸ਼ਨ ਦੀ ਯਾਦ ਦਿਵਾਨਾ ਔਰ ਇਹ ਜਿਹੜੇ ਤੁਹਾਡੇ ਬਿਆਨ ਨੇ, ਇਹ ਪੰਜਾਬ ਦੇ ਆਮ ਜਨਮਾਨਸ ਨੂੰ, ਪੰਜਾਬ ਦੇ ਵਪਾਰ ਨੂੰ, ਇੰਡਸਟਰੀ ਨੂੰ, ਪੰਜਾਬ ਦੇ ਆਮ ਨਾਗਰਿਕ ਨੂੰ ਡਰਾਉਣ ਵਾਲੇ ਨੇ।
ਔਰ ਅੱਜ ਉਸੇ ਕਾਂਗਰਸ ਪਾਰਟੀ ਦੇ ਮੁਖੀਆ ਮੁੱਖ ਮੰਤਰੀ ਬਣ ਕੇ ਤੁਸੀਂ ਪੰਜਾਬ 'ਚ ਕੰਮ ਕਰ ਰਹੇ ਹੋ। ਅੱਜ ਤੱਕ ਦੋਨੋਂ ਗੱਲਾਂ ਤੇ ਤੁਸੀਂ ਸਟੈਂਡ ਸਪਸ਼ਟ ਨਹੀਂ ਕੀਤਾ ਔਰ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਸਮੇਟੋ ਮੁੱਖ ਮੰਤਰੀ ਸਾਹਿਬ। ਔਰ ਇਹ ਜਿਹੜੇ ਪੰਜਾਬ ਦੇ ਆਮ ਨਾਗਰਿਕ ਨੂੰ ਡਰਾਉਣ ਵਾਲੇ ਬਿਆਨ ਤੁਸੀਂ ਸਰਵਦਲੀ ਬੈਠਕ 'ਚ ਦਿੱਤੇ, ਮੈਂ ਉਹਦੀ ਕੜੀ ਨਿੰਦਾ ਕਰਨਾ। ਉਧਰ ਦਿੱਲੀ ਦੇ ਸਮੇਤ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੀਤੀ ਰਾਤ ਤੋਂ ਲਗਾਤਾਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਬੈਠੇ ਕਿਸਾਨਾਂ ਨੂੰ ਲੈ ਕੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਨੇ, ਕਿਉਂਕਿ ਲਗਾਤਾਰ ਮੀਂਹ ਦਾ ਰੁਕ-ਰੁਕ ਕੇ ਪੈਣਾ, ਉੱਥੇ ਚਿੱਕੜ ਵੀ ਇਕੱਠਾ ਹੁੰਦਾ ਹੈ ਤੇ ਉੱਥੇ ਪਾਣੀ ਵੀ ਇਕੱਠਾ ਹੋ ਰਿਹਾ। ਇਸ ਕਰਕੇ ਲਗਾਤਾਰ ਕਿਸਾਨਾਂ ਨੂੰ ਲੈ ਕੇ ਚਿੰਤਾਵਾਂ ਆਮ ਲੋਕਾਂ ਦੀਆਂ ਵਧਦੀਆਂ ਜਾ ਰਹੀਆਂ। ਤਸਵੀਰਾਂ ਦਿੱਲੀ ਦੇ ਕਈ ਇਲਾਕਿਆਂ ਦੀਆਂ ਤੁਹਾਨੂੰ ਵਿਖਾ ਰਹੀਆਂ, ਜਿੱਥੇ ਲਗਾਤਾਰ ਰੁਕ-ਰੁਕ ਕੇ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ। ਮੀਂਹ ਪੈਣ ਦੇ ਚੱਲਦਿਆਂ ਉੱਥੇ ਠੰਡ ਦੇ ਵਿੱਚ ਵੀ ਥੋੜਾ ਬਹੁਤ ਇਜ਼ਾਫਾ ਜਿਹੜਾ ਮਹਿਸੂਸ ਕੀਤਾ ਜਾ ਰਿਹਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੁੰਦੇ ਹਾਂ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।